Next example है example 19. Prove that the greatest integer function f from r to r given by fx equals to greatest integer of r is neither 1 1 nor onto, where this is greatest integer function less than or equal to x. 1 1 prove कर रहे हैं. 1 1 ਤਾਂ ਤੁਹਾਨੂੰ ਪਤਾ ਹੀ ਹੈ नहीं गा ਇਹ ਆਪਾਂ ਪਹਿਲਾਂ ਵੀ ਇਹਨੂੰ ਡਿਸਕਸ ਕੀਤਾ ਹੋਇਆ ਹੈ ਵੀ ਜੇ ਅਸੀਂ ਇੱਥੇ ਆ ਲਿਖ ਲਿਆ ਸੀ 2.3 ਲਿਖ ਲਿਆ 2.4 ਲਿਖ ਲਿਆ ਤੇ ਇਸ ਤਰ੍ਹਾਂ 2.5 ਲਿਖ ਲਿਆ ਜਦੋਂ ਅਸੀਂ ਗ੍ਰੇਟੈਸਟ ਇੰਟੀਜਰ ਫੰਕਸ਼ਨ ਫਾਈਂਡ ਕਰਾਂਗੇ ਇਹਦਾ ਗ੍ਰੇਟੈਸਟ ਇੰਟੀਜਰ ਕੀ ਹੋਏਗਾ 2 ਇਹਦਾ ਵੀ 2 ਇਹਦਾ ਵੀ 2 ਤੇ 2.1 ਤੋਂ ਲੈ ਕੇ 2.99 ਤੱਕ ਸਾਰਿਆਂ ਦੀ ਵੈਲਿਊ ਹੈ ਜਿਹੜੀ 2.01 ਤੋਂ ਲਾ ਲਓ ਸਾਰੀਆਂ ਵੈਲਿਊਜ਼ 2 ਵੱਲ ਜਾਣਗੀਆਂ ਜਿੰਨੇ ਵੀ 2 ਤੇ 3 ਦੇ ਵਿਚਾਲੇ ਜਿੰਨੇ ਵੀ ਫੰਕਸ਼ਨ ਜਿੰਨੇ ਵੀ ਸਾਡੇ ਨੰਬਰਸ ਹੋਣਗੇ ਸਾਰਿਆਂ ਦਾ ਆਨਸਰ 2 ਆਏਗਾ ਇਹਦਾ ਮਤਲਬ ਕੀ ਹੈ ਇਹ 1 1 ਨਹੀਂ ਹੈਗਾ ਤਾਂ ਇਸੇ ਹੀ ਐਗਜ਼ਾਮਪਲ ਦਿੱਤੀ ਹੋਈ ਸਿੱਧਾ ਐਗਜ਼ਾਮਪਲ ਲੈ ਕੇ ਗੱਲ ਕਰਦੇ ਫਿਰ ਇਹ ਸਰਜੈਕਟਿਵ ਵੀ ਹੈ ਨਹੀਂਗਾ ਕਿਉਂ ਇਹਦਾ ਡੋਮੇਨ ਕਿੰਨਾ ਹੈ ਆਰ ਤੇ ਜੇ ਅਸੀਂ ਇਹਦੀ ਰੇਂਜ ਫਾਈਂਡ ਕਰੀਏ ਰੇਂਜ 'ਚ ਕੀ ਆਊਗਾ ਰੇਂਜ 'ਚ ਸਿਰਫ ਇੰਟੀਜਰ ਆਉਣਗੇ ਜਿਵੇਂ 2 ਆ ਗਿਆ 2 ਤੋਂ ਬਾਅਦ ਆਨਸਰ ਕੀ ਆਉਣਾ ਸੀ 3 ਫਿਰ 4 ਤਾਂ ਜੇ ਅਸੀਂ ਰੇਂਜ ਫਾਈਂਡ ਕਰੀਏ ਰੇਂਜ ਆਫ ਐਫ ਤਾਂ ਰੇਂਜ ਆਫ ਐਫ ਤਾਂ ਸਿਰਫ ਸਾਡੇ ਕੋਲ ਇੰਟੀਜਰਸ ਆਉਣਗੇ ਯਾਨੀ ਕਿਹੜੇ ਨੰਬਰ ਆਉਣਗੇ 0 1 2 ਇੱਦਾਂ ਦੇ ਨੰਬਰ ਜਾਂ -1 -2 -3 ਇੱਦਾਂ ਤੇ ਇਹ ਕਾਹਦੇ ਇਕੁਅਲ ਹੈ z ਦੇ ਇਕੁਅਲ ਹੈ ਤਾਂ ਇਹ ਸਾਡਾ ਸੀਗਾ ਇੱਥੇ r ਤੇ ਰੇਂਜ ਹੈ ਜਿਹੜੀ ਉਹ ਕੋਡੋਮੇਨ ਦੇ ਇਕੁਅਲ ਨਹੀਂ ਹੈ ਇਜ਼ ਨਾਟ ਇਕੁਅਲ ਟੂ r ਇਹਦਾ ਮਤਲਬ ਕੀ ਹੈ the range of f equals to z which is not equal to r ਇਹਦਾ ਮਤਲਬ f is not ਠੀਕ ਹੈ ਜਾਂ ਤੁਸੀਂ ਇੱਥੇ ਸਮਝ ਵੀ ਸਕਦੇ ਹੋ ਮੈਂ ਇੱਥੇ ਜੇ ਮੰਨ ਲਓ ਇਹਦੇ ਚ ਰੀਅਲ ਨੰਬਰ ਦਾ ਸੈੱਟ ਹੈ ਇਹ ਤੇ 2 ਤੋਂ ਬਾਅਦ 2.1 ਵੀ ਤਾਂ ਆਊਗਾ 2.2 ਆਊਗਾ 2.3 ਆਊਗਾ ਕਿਸੇ ਦਾ ਵੀ ਆਨਸਰ 2.1 ਨਹੀਂ ਆਉਣਾ ਕਿਉਂਕਿ ਆਨਸਰ ਤਾਂ ਹਮੇਸ਼ਾ ਇੰਟੀਜਰ ਹੀ ਆਊਗਾ ਇਹਦਾ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੈ ਤਾਂ ਆਨਸਰ ਇਹਦਾ ਹਮੇਸ਼ਾ ਇੰਟੀਜਰ ਦੀ ਫਾਰਮ 'ਚ ਆਉਣਾ ਕਦੇ ਵੀ ਇਹਦਾ ਪੁਆਇੰਟਸ 'ਚ ਆਨਸਰ ਨਹੀਂ ਆਉਣਾ ਤਾਂ ਇਹ ਔਨ ਟੂ ਵੀ ਨਹੀਂ ਹੈਗਾ ਅੱਗੇ ਮੋਡੂਲਸ ਫੰਕਸ਼ਨ ਬਾਰੇ ਵੀ ਤੁਸੀਂ ਜਾਣਦੇ ਹੋ ਨਾ ਹੀ ਇਹ 1 1 ਨਾ ਔਨ ਟੂ ਇੱਥੇ r to r ਦੇ ਦਿੰਦੇ ਨਾ ਜਿੱਥੇ ਮਾੜਾ ਜਿਹਾ ਫਰਕ ਪਾ ਦਿੰਦੇ ਇੱਥੇ ਕਰ ਦਿੰਦੇ ਇਸ ਚੀਜ਼ ਨੂੰ r to n r to z ਕਰ ਦਿੰਦੇ ਇੱਥੇ z ਕਰਨ ਵਾਲੇ ਨੇ ਔਨ ਟੂ ਹੋ ਜਾਣਾ ਸੀ ਕਿਉਂਕਿ ਇਹਦੀ ਰੇਂਜ ਹੈ ਜਿਹੜੀ z ਆ ਰਹੀ ਹੈ ਇੱਥੇ ਸਾਡਾ ਕੋਡ ਮੇਨ ਵੀ z ਹੈ r to z ਕਰ ਦਿਓ ਤਾਂ ਇਹੀ ਫੰਕਸ਼ਨ ਜਿਹੜਾ ਹੈਗਾ ਔਨ ਟੂ ਹੋ ਜਾਊਗਾ ਇਸੇ ਤਰ੍ਹਾਂ ਹੇਠਲੇ ਫੰਕਸ਼ਨ ਦੇ ਵਿੱਚ ਇਹਨੂੰ r to r ਪਲੱਸ ਕਰ ਦਿੰਦੇ ਪੋਜ਼ਿਟਿਵ ਰੀਅਲ ਨੰਬਰ ਫਿਰ ਇਹਨੇ ਵੀ ਜਿਹੜਾ ਹੈਗਾ ਔਨ ਟੂ ਹੋਣਾ ਹੁਣ ਇਹ 1 1 ਨਹੀਂ ਕਦੇ ਵੀ ਹੋਏਗਾ ਕਿਉਂਕਿ ਰੀਅਲ ਨੰਬਰਸ ਆ ਨਾ ਇੱਧਰਲੇ ਪਾਸੇ ਤਾਂ 3 ਦਾ ਆਨਸਰ ਵੀ ਜਦੋਂ ਅਸੀਂ ਮੋਡੂਲਸ ਕੱਢਾਂਗੇ ਤਾਂ 3 ਆਏਗਾ -3 ਦਾ ਕੱਢਾਂਗੇ -3 ਦਾ ਮੋਡੂਲਸ ਵੀ 3 ਆਏਗਾ ਇਹ ਅਸੀਂ ਜਾਣਦੇ ਹੀ ਹਾਂ ਪਹਿਲਾਂ ਠੀਕ ਹੈ ਕਿ ਨਹੀਂ ਤਾਂ ਵੈਸੇ ਇੱਕ ਚੀਜ਼ ਮੈਂ ਤੁਹਾਨੂੰ ਕੱਲ ਜਿਹੜੀ ਮੈਂ ਵੀਡੀਓ ਦੁਬਾਰਾ ਬਣਾਈ ਸੀ ਉਹ 'ਚ ਮੈਂ ਦੱਸਤਾ ਸੀ ਇਹਦਾ ਜਿਹੜਾ ਗ੍ਰਾਫ ਹੈ ਇਸ ਤਰੀਕੇ ਦਾ ਹੁੰਦਾ ਤੁਹਾਨੂੰ ਪਤਾ ਹੈ ਤੇ ਜੇ ਅਸੀਂ ਚੈੱਕ ਕਰਨਾ ਹੈ 1 1 ਹੈਗਾ ਕਿ ਨਹੀਂ ਤਾਂ ਅਸੀਂ ਕੀ ਕਰਾਂਗੇ x ਐਕਸਿਸ ਦੇ ਪੈਰਲਲ ਕੋਈ ਲਾਈਨ ਖਿੱਚਾਂਗੇ ਇੱਦਾਂ ਇਹ ਕੀ ਹੈ y ਦੀ ਕਿਸੇ ਇੱਕ ਵੈਲਿਊ ਨੂੰ ਦੱਸਦੀ ਹੁੰਦੀ ਹੈ ਜਿਵੇਂ ਆ ਮੰਨ ਲਓ 0 ਹੈ ਤੇ ਆ 1 ਹੈ ਤੇ ਆ 2 ਹੈ y ਦੀ ਵੈਲਿਊ ਇਸ ਜਗ੍ਹਾ ਤੇ ਇਸ ਲਾਈਨ ਦੇ ਉੱਤੇ ਸਾਰੀ ਦੇ ਉੱਤੇ 2 ਹੋਏਗੀ ਤੇ ਇਹ ਗ੍ਰਾਫ ਨੂੰ ਜਿਹੜਾ ਇਹਦਾ ਮੋਡੂਲਸ ਵਾਲਾ ਗ੍ਰਾਫ ਹੈ ਤੁਹਾਨੂੰ ਪਤਾ ਇਦਾਂ ਦਾ ਬਣਦਾ ਹੁੰਦਾ ਇਹ ਮੋਡੂਲਸ ਵਾਲੇ ਗ੍ਰਾਫ ਨੂੰ ਕਿੰਨੇ ਥਾਂ ਤੇ ਕੱਟ ਰਹੀ ਹੈ ਦੋ ਥਾਂ ਤੇ ਕੱਟ ਰਹੀ ਇੱਥੇ ਇੱਕ ਇੱਥੇ ਇਹਦਾ ਮਤਲਬ ਕੀ ਹੈ y ਦੀ ਇੱਕ ਵੈਲਿਊ ਲਈ x ਦੀਆਂ ਦੋ ਵੈਲਿਊਜ਼ ਨੇ ਠੀਕ ਹੈ ਕਿ ਅਸੀਂ ਇਦਾਂ ਹੌਰੀਜ਼ੌਂਟਲ ਲਾਈਨ x ਐਕਸਿਸ ਦੇ ਪੈਰਲਲ ਖਿੱਚ ਕੇ ਗਿਆਤ ਕਰ ਸਕਦੇ ਹਾਂ ਜੇ ਸਾਨੂੰ ਉਹਦਾ ਗ੍ਰਾਫ ਪਤਾ ਕਿਸੇ ਵੀ ਫੰਕਸ਼ਨ ਦਾ ਜਿਵੇਂ ਸਕੁਆਇਰ ਵਾਲਾ ਗ੍ਰਾਫ ਵੀ ਤੁਹਾਨੂੰ ਪਤਾ ਇਦਾਂ ਹੀ ਹੁੰਦਾ ਉਹ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਹੁੰਦਾ ਇਹ ਕਰਕੇ ਮੁੜਦਾ ਉਹਦੇ ਵਿੱਚ ਵੀ ਜਦੋਂ ਅਸੀਂ ਇਦਾਂ ਹੌਰੀਜ਼ੌਂਟਲ ਲਾਈਨ ਖਿੱਚਾਂਗੇ ਤਾਂ ਦੋ ਥਾਂ ਤੇ ਕੱਟੇਗੀ ਠੀਕ ਹੈ ਕਿ ਇਹਦਾ ਮਤਲਬ y ਦੀ ਇੱਕ ਵੈਲਿਊ ਵੀ x ਦੀਆਂ ਦੋ ਵੈਲਿਊਜ਼ ਨੇ ਤਾਂ ਇਹ 1 1 ਨਹੀਂ ਹੈਗਾ ਫੰਕਸ਼ਨ ਠੀਕ ਹੈ ਕਿ ਸਰਜੈਕਟਿਵਿਟੀ ਵੀ ਅਸੀਂ ਇਹਦੀ ਚੈੱਕ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਵੀ ਜਿਹੜਾ ਇਹਦੇ ਆਨਸਰ ਆ ਰਿਹਾ ਉਹ ਕੀ ਆ ਰਿਹਾ ਹਮੇਸ਼ਾ ਪੋਜ਼ਿਟਿਵ ਰੀਅਲ ਨੰਬਰ ਆ ਰਿਹਾ ਤਾਂ ਅਸੀਂ ਦੇਖਦੇ ਹਾਂ f(x) is always greater than equal to 0 ਇਹਦਾ ਮਤਲਬ ਜਿਹੜੀ ਰੇਂਜ ਹੈ ਜਿਹੜੇ ਆਨਸਰਾਂ ਦਾ ਜੇ ਅਸੀਂ ਸੈੱਟ ਬਣਾਵਾਂਗੇ ਉਹਨੂੰ ਰੇਂਜ ਕਹਾਂਗੇ ਨਾ f(x) ਦੀਆਂ ਵੈਲਿਊਜ਼ ਕੱਢਾਂਗੇ ਉਹ ਵੈਲਿਊਜ਼ ਦਾ ਜੋ ਅਸੀਂ ਸੈੱਟ ਬਣੇਗਾ ਉਹਨੂੰ ਅਸੀਂ ਰੇਂਜ ਕਹਿੰਦੇ ਹਾਂ ਤਾਂ ਇਹਦੇ ਹਮੇਸ਼ਾ ਪੋਜ਼ਿਟਿਵ ਨੰਬਰ ਆਨਸਰ ਆ ਰਿਹਾ ਤੇ ਜਦੋਂ ਅਸੀਂ ਰੇਂਜ ਬਣਾਵਾਂਗੇ ਤਾਂ ਸੈੱਟ ਆਫ ਆਲ ਪੋਜ਼ਿਟਿਵ ਰੀਅਲ ਨੰਬਰਸ ਆ ਜਾਊਗਾ
ਵਿਚ ਇਜ਼ ਨਾਟ ਇਕੁਅਲ ਟੂ ਆਰ, ਇਹਦੀ ਕੋ ਡੋਮੇਨ ਦੇ ਬਰਾਬਰ ਨਹੀਂ ਹੈਗਾ, ਇਹਦਾ ਮਤਲਬ f ਇਜ਼ ਨਾਟ 1 2। ਨੈਕਸਟ ਹੈਗਾ show that function f from r to r given by fx equals to ax plus b where a and b belongs to r, a ਤੇ b real numbers ਨੇ, ਆ ਵੀ r to r ਹੈ ਸਾਡੇ ਕੋਲ। a is not equal to 0, a ਜਿਹੜਾ ਹੈਗਾ 0 ਦੇ ਇਕੁਅਲ ਨਹੀਂ ਹੈਗਾ, ਇਸਦਾ ਬਾਈਜੈਕਸ਼ਨ ਨੇ ਪ੍ਰੂਵ ਕਰਨਾ ਸੀ। ਤਾਂ ਅਸੀਂ ਦੋ ਨੰਬਰ ਲੈ ਲਏ, x1 x2 belongs to r ਡੋਮੇਨ ਦੇ ਵਿੱਚ, fx1 equal to fx2 ਲੈ ਲਿਆ, ਇਹਦੇ 'ਚ fx1 fx2 ਦੀ ਵੈਲਿਊ ਲਿਖ ਲਈ। ਪਹਿਲਾ ਕੰਮ ਕੀ ਹੋਏਗਾ, b ਨਾਲ b ਜਿਹੜਾ ਪਲੱਸ ਵਾਲਾ ਉੱਧਰ ਜਾ ਕੇ ਮਾਈਨਸ ਹੋ ਜਾਣਾ, ਇਹਨੇ ਖਤਮ ਹੋ ਜਾਣਾ। ਫਿਰ ਹੁਣ ax1 equal to ax2 ਆ ਗਿਆ, ਹੁਣ a ਨਾਲ a ਵੀ ਕੈਂਸਲ ਹੋ ਜਾਏਗਾ, x1 equal to x2, ਇਹਦਾ ਮਤਲਬ f is 1 1। ਫਿਰ ਅਸੀਂ ਕੀ ਕਰਿਆ, let y belongs to r such that fx equals to y, ਤਾਂ fx ਦੀ ਵੈਲਿਊ ਪੁੱਟ ਕਰਤੀ ax plus b equals to y, ਤਾਂ x ਦੀ ਇਹ 'ਚੋਂ y ਵੈਲਿਊ ਫਾਈਂਡ ਕਰਨੀ ਹੁੰਦੀ ਹੈ, ਪਹਿਲਾਂ ਤਾਂ b ਨੂੰ ਇੱਧਰ ਲੈ ਗਏ, y minus b ਹੋ ਗਿਆ, ਤਾਂ x equals ਹੋ ਗਿਆ y minus b upon a, a belongs to r ਹੋਏਗਾ। ਇਹਨੇ ਕਦੋਂ ਨਹੀਂ r ਹੋਣਾ ਸੀਗਾ, ਜੇ ਆਹ ਚੀਜ਼ 0 ਹੋ ਜਾਂਦੀ, ਵਟੇ ਵਾਲਾ ਜੇ equals to 0 ਹੋ ਜਾਵੇ ਤਾਂ ਇਹ ਰੀਅਲ ਨੰਬਰ ਨਹੀਂ ਰਹਿੰਦਾ, ਸਾਨੂੰ ਇਸ ਗੱਲ ਦਾ ਵੀ ਪਤਾ ਹੈ, ਠੀਕ ਹੈ ਕਿ ਨਹੀਂ। ਉਹਦੇ ਬਾਰੇ ਸਾਨੂੰ ਉਹਨੇ ਪਹਿਲਾਂ ਹੀ ਦੱਸਤਾ ਵੀ a is not equal to 0, ਇਹ ਨੇ ਪਹਿਲਾਂ ਹੀ ਕਹਿਤੀ ਗੱਲ, ਹੈ ਨਾ। ਇਹਦਾ ਮਤਲਬ ਕੀ ਹੈ, ਫॉर एवरी ਆ ਚੀਜ਼ ਜਿਹੜੀ ਹੈ ਬਿਲੋਂਗਸ ਟੂ ਆਰ ਹੋਏਗੀ, ਕਿਉਂਕਿ ਆ 0 ਹੈ ਨਹੀਂਗਾ, ਤਾਂ ਇੱਥੇ ਹੁਣ ਉੱਤੇ ਜੋ ਮਰਜ਼ੀ ਵੈਲਿਊਜ਼ ਭਰੀ ਚੱਲੋ, ਰੀਅਲ ਨੰਬਰ ਹੀ ਆਨਸਰ ਆਏਗਾ ਹਮੇਸ਼ਾ। ਫॉर ਆਲ y ਬਿਲੋਂਗਸ ਟੂ ਆਰ, ਤਾਂ ਇਹਦਾ ਮਤਲਬ ਫॉर एवरी y ਬਿਲੋਂਗਸ ਟੂ ਆਰ देयर एग्जिस्ट x ਬਿਲੋਂਗਸ ਟੂ ਆਰ, ਹਰੇਕ y ਵਾਸਤੇ ਇੱਕ ਨਾ ਇੱਕ ਇਹੋ ਜਿਹਾ x ਹੈਗਾ ਜਿਹੜਾ ਬਿਲੋਂਗਸ ਟੂ ਆਰ, ਸੱਚ ਦੈਟ fx ਇਕੁਅਲ ਟੂ x ਦੀ ਵੈਲਿਊ ਪੁੱਟ ਕਰ ਦਿਓ y ਮਾਈਨਸ b ਅਪੋਨ a, ਤਾਂ ਅੱਗੇ ਕੀ ਸੀਗਾ, fx ਦਾ ਮੁੱਲ ਕੀ ਸੀ, ਉਹਦੀ ਦੇਖੋ ਕੀ ਸੀ, fx ਇਕੁਅਲ ਟੂ ਸੀਗਾ ਸਾਡੇ ਕੋਲੇ ax plus b। ਹੁਣ ਜੇ ਅਸੀਂ ਫਾਈਂਡ ਕਰਨਾ ਹੈ fy ਮਾਈਨਸ b ਅਪੋਨ a ਦੀ ਵੈਲਿਊ, ਤਾਂ x ਦੀ ਥਾਂ 'ਤੇ ਆਹ ਪੁੱਟ ਕਰਾਂਗੇ y ਮਾਈਨਸ b ਅਪੋਨ a ਪਲੱਸ b, x ਦੀ ਥਾਂ 'ਤੇ, ਕਿਉਂਕਿ ਇੱਥੇ x ਦੀ ਥਾਂ 'ਤੇ ਆਹ ਚੀਜ਼ ਆ ਗਈ, ਤਾਂ ਇੱਥੇ ਵੀ x ਦੀ ਥਾਂ 'ਤੇ ਉਹੀ ਆਏਗਾ। ਤਾਂ ਇੱਥੇ ਹੁਣ ਕੀ ਹੋਏਗਾ, a ਨਾਲ a ਕੈਂਸਲ, ਆਹੀ ਚੀਜ਼ ਅਸੀਂ ਇੱਥੇ ਕਰੀਏ ਦੇਖੋ, ਠੀਕ ਹੈ ਨਾ। ਤਾਂ ਕੀ ਹੋਏਗਾ, a ਨਾਲ a ਕੈਂਸਲ ਹੋਏਗਾ, ਪਹਿਲਾਂ ਤਾਂ ਕੀ ਬਣ ਜਾਊਗਾ y ਮਾਈਨਸ b ਪਲੱਸ b ਬਣ ਜਾਊਗਾ, y ਮਾਈਨਸ b ਪਲੱਸ b। ਹੁਣ b ਪਲੱਸ ਦਾ ਅਤੇ b ਮਾਈਨਸ ਦਾ ਵੀ ਖਤਮ ਹੋ ਕੇ ਇਕੱਲਾ y, ਇਹਦਾ ਮਤਲਬ f is on to, fx ਇਕੁਅਲ ਟੂ y ਆ ਗਿਆ ਨਾ। ਤਾਂ ਇੱਧਰ ਵੀ ਅਸੀਂ ਪ੍ਰੂਵ ਕਰਤਾ ਬਿਲੋਂਗਸ ਟੂ r ਹੈ, ਤਾਂ ਇਹਦਾ ਮਤਲਬ ਇਹ ਕੀ ਹੈ, on to ਹੈ, ਅਤੇ f ਕੀ ਹੋ ਗਿਆ, ਬਾਈਜੈਕਸ਼ਨ। ਨੈਕਸਟ, let a equals to r minus 1, b equals to r minus 2, b equals to r minus 1। r minus 2 ਦਾ ਮਤਲਬ ਕੀ ਹੋਇਆ, ਵੀ ਰੀਅਲ ਨੰਬਰ ਦਾ ਜਿਹੜਾ ਸੈੱਟ ਹੁੰਦਾ ਹੈ ਉਹਦੇ ਵਿੱਚੋਂ 2 ਨੂੰ ਛੱਡ ਦਿਓ, ਰੀਅਲ ਨੰਬਰ ਦੇ ਸੈੱਟ 'ਚੋਂ 2 ਛੱਡ ਦਿਓ, ਬਾਕੀ ਸਾਰੇ ਰੀਅਲ ਨੰਬਰ a ਦੇ ਬਰਾਬਰ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਰੀਅਲ ਨੰਬਰ ਦੇ ਸੈੱਟ 'ਚੋਂ 1 ਛੱਡ ਦਿਓ, ਬਾਕੀ ਦੇ ਸਾਰੇ ਰੀਅਲ ਨੰਬਰ ਇਹਦੇ ਵਿੱਚ ਹੈਗੇ b ਦੇ ਵਿੱਚ, ਠੀਕ ਹੈ ਕਿ ਇੱਕ ਸਾਡੇ ਕੋਲ ਫੰਕਸ਼ਨ ਹੈ f a to b is a mapping defined as fx equals to x minus 1 upon x minus 2, show that f is bijective। ਪ੍ਰੂਵ ਕਰੋ ਵੀ x ਜਿਹੜਾ ਹੈਗਾ ਬਾਈਜੈਕਸ਼ਨ ਹੈ, ਇਹ ਪ੍ਰੂਵ ਕਰਨਾ। ਅਸੀਂ ਕੀ ਕਰਿਆ, let x1 x2 belongs to, ਕਾਹਦੇ ਲੈਣਾ ਹੁੰਦੇ ਅਸੀਂ, ਡੋਮੇਨ, x ਹਮੇਸ਼ਾ ਡੋਮੇਨ 'ਚੋਂ ਲੈਣਾ, ਵਾਰੀ ਵਾਰੀ ਕਹਿ ਰਿਹਾ ਮੈਂ ਤੁਹਾਨੂੰ, ਸੱਚ ਦੈਟ fx1 equals to fx2, ਠੀਕ ਹੈ ਨਾ। fx1 ਦੀ ਵੈਲਿਊ ਕੀ ਹੋਏਗੀ, ਇਹਦੇ 'ਚ x1 ਭਰ ਦਿਓ, x1 ਮਾਈਨਸ 1 ਅਪੋਨ x2 ਮਾਈਨਸ 1, x2 ਦੀ ਵੈਲਿਊ fx2 ਦੀ ਵੈਲਿਊ ਕੀ ਹੋਏਗੀ, ਥਾਂ 'ਤੇ x2 ਭਰ ਦਿਓ, ਹੁਣ x ਦੀ ਥਾਂ 'ਤੇ x2 ਮਾਈਨਸ 1 ਅਪੋਨ x2 ਮਾਈਨਸ 2, ਕ੍ਰਾਸ ਮਲਟੀਪਲਾਈ ਕਰਤਾ, ਆ ਉੱਧਰ ਜਾ ਕੇ ਮਲਟੀਪਲਾਈ ਹੋਗਾ, ਉੱਧਰ ਮਲਟੀਪਲਾਈ ਹੋਗਾ, ਬ੍ਰੈਕਟਸ ਓਪਨ ਕਰ ਦਿਓ, ਬ੍ਰੈਕਟਸ ਓਪਨ ਕਰਕੇ ਆ ਦੋਹਾਂ ਦੀ ਗੁਣਾ ਹੋ ਜਾਏਗੀ। ਹੁਣ ਤੁਸੀਂ ਦੇਖੋ x1 x2 ਪਲੱਸ ਦਾ, ਇੱਧਰ ਵੀ x1 x2 ਪਲੱਸ ਦਾ, ਇਹਨੇ ਜੋ ਉੱਧਰ ਜਾਣਾ ਸੀ ਤਾਂ ਮਾਈਨਸ ਹੋ ਕੇ ਖਤਮ ਹੋ ਜਾਊਗਾ, ਤੇ 2 ਪਲੱਸ ਦਾ ਹੈ, 2 ਪਲੱਸ ਦਾ ਵੀ ਖਤਮ ਹੋ ਜਾਊਗਾ, ਆ ਰਹਿ ਗਏ। ਤਾਂ ਕੀ ਕਰੀਏ, x2 ਨੂੰ ਤਾਂ ਇੱਧਰ ਲੈ ਜਾਈਏ, ਤੇ x1 ਵਾਲੇ 2x1 ਨੂੰ ਇੱਧਰ ਲੈ ਆਈਏ, ਤਾਂ 2x2 ਪਲੱਸ ਦਾ ਹੋ ਜਾਊਗਾ ਉੱਧਰ ਜਾ ਕੇ, ਮਾਈਨਸ x2, ਤੇ 2x1 ਦੂਜੇ ਪਾਸੇ ਆ ਕੇ ਪਲੱਸ ਦਾ ਹੋ ਜਾਊਗਾ, ਮਾਈਨਸ x1, ਤਾਂ 2x1 ਚੋਂ 2x2 ਚੋਂ ਇੱਕ x2 ਗਿਆ, ਕੀ ਬਚਿਆ, x2 ਇਕੁਅਲ ਟੂ x1। ਇਹਦਾ ਮਤਲਬ ਕੀ ਆ ਗਿਆ, f is 1 1 ਆ ਗਿਆ। ਹੁਣ let y belongs to b, ਖਿਆਲ ਕਰੋ, ਹੁਣ y belongs to b ਦਾ ਮਤਲਬ ਕੀ ਹੈ,
y ਬਿਲੋਂਗਸ ਟੂ b ਦਾ ਮਤਲਬ y ਇੱਕ ਰੀਅਲ ਨੰਬਰ ਹੈ ਪਰ y ਦੀ ਵੈਲਿਊ 1 ਨਹੀਂ ਹੈਗੀ, ਠੀਕ ਹੈ ਨਾ, r ਮਾਈਨਸ 1 ਹੈ ਨਾ ਇਹ, ਇਹਦਾ ਮਤਲਬ ਹੈ y ਇੱਕ ਰੀਅਲ ਨੰਬਰ ਹੈ ਤੇ y ਦੀ ਵੈਲਿਊ 1 ਨਹੀਂ ਹੈਗੀ, ਸੱਚ ਦੈਟ fx ਇਕੁਅਲ ਟੂ y, ਠੀਕ ਹੈ। ਤਾਂ x2 ਮਾਈਨਸ x1 fx ਦੀ ਵੈਲਿਊ ਭਰਤੀ x ਮਾਈਨਸ x1 ਅਪੋਨ x ਮਾਈਨਸ x2 x ਮਾਈਨਸ 2 x ਮਾਈਨਸ 1 ਅਪੋਨ x ਮਾਈਨਸ 2 ਇਕੁਅਲ ਟੂ y ਹੋ ਗਿਆ। क्रॉस मल्टीप्लाई कर देंगे उधर एक्स वाई वन माइनस 2y1 हो जाएगा इधर। एक्स वाले टर्म क्योंकि एक्स की असी वैल्यू फाइंड करनी होंगी है, एक्स वाले टर्म इधर ला जाएंगे, बाकी टर्म इधर लियावेंगे, तो एक्स वाई इधर चला जाऊगा, आ जो -1 है इधर आ जाएगा, तो हो जाएगा एक्स माइनस x1 इक्वल टू 1 माइनस 2y। तो इचों एक्स कॉमन लिया, 1 माइनस वाई इक्वल टू 1 माइनस 2y हो जाएगा। आ एक्स की वैल्यू एक्स के जो मल्टीप्लाई होंगे इधर आके डिवाइड हो जाएगा, तो एक्स इक्वल टू की हो जाएगा 1 माइनस 2y अपॉन 1 माइनस वाई। हम तुहानूं पता है ये रीयल कदों नहीं होना, जो हेठला जीरो, जो ये हेठला जीरो हो गया तो ये रीयल नहीं है, अदरवाइज ये रीयल है, अदरवाइज तो कोई चक्कर ही नहीं। रौला कितने पैंदा रीयल का, तो ਜਾਂ ਤਾਂ ਸਕੁਆਇਰ रूट आ जाए उदों रौला पैंदा हुंदा रीयल नंबर का, ਜਾਂ बटे च कुछ आ जाए। हेठली जी ਜਿਹੜਾ ਇਹਦਾ ਡਿਨੋਮੀਨੇਟਰ ਉਹ ਕਦੇ ਜ਼ੀਰੋ ਨਹੀਂ ਹੋਣਾ ਚਾਹੀਦਾ। ਦੋ ਗੱਲਾਂ ਦਾ ਹੀ ਬਾਹਲਾ ਖਿਆਲ ਰੱਖਣਾ ਹੁੰਦਾ ਸੀ। ਸਕੁਆਇਰ ਰੂਟ ਆ ਜਾਏ ਤਾਂ ਅੰਦਰ ਪੋਜ਼ਿਟਿਵ ਨੰਬਰ ਹੋਣਾ ਚਾਹੀਦਾ, ਇਹ ਖਿਆਲ ਰੱਖਣਾ ਜੇ ਅਸੀਂ ਇਹਨੂੰ ਰੀਅਲ ਬਣਾਉਣਾ ਤਾਂ, ਠੀਕ ਹੈ ਨਾ। ਐਸੇ ਤਰ੍ਹਾਂ ਜੇ ਕੋਈ a ਬਟਾ b ਕੁਛ ਚੀਜ਼ ਬਟੇ 'ਚ ਆ ਗਈ, ਇੱਥੇ ਆ ਜਿਹੜੀ ਚੀਜ਼ ਹੈ ਇਹ ਜ਼ੀਰੋ ਨਹੀਂ ਹੋਣੀ ਚਾਹੀਦੀ। ਜੇ ਜ਼ੀਰੋ ਨਹੀਂ ਹੋਏਗੇ ਤਾਂ ਹੀ ਇਹ ਰੀਅਲ ਹੋਏਗਾ, ਅਦਰਵਾਈਜ਼ ਰੀਅਲ ਨਹੀਂ ਹੋਏਗਾ। ਦੋ ਗੱਲਾਂ ਦਾ ਮੇਨ ਖਿਆਲ ਰੱਖਣਾ, ਵਾਰੀ ਵਾਰੀ ਅਸੀਂ ਇਹਨੂੰ ਯੂਜ਼ ਕਰ ਰਹੇ ਹਾਂ। तो ये की होना बटे च आ गया 1 माइनस वाई, तो बटे च 1 माइनस वाई ये जीरो नहीं होना चाहिए। ये जीरो कदों होएगा जो वाई की वैल्यू 1 होएगी, तो वाई की वैल्यू 1 है ही नहीं, सानू पहले पता है। ये गल करी सी ना हुणे भी वाई बिलोंग्स टू बी लिया तो मतलब वाई रियल नंबर है पर 1 नहीं हैगा वो, ठीक है कि नहीं। तो असीं विच इज़ रियल नंबर फॉर ऑल वाई इज़ नॉट इक्वल टू, सारे वाई वास्ते रियल होएगी एक्स की वैल्यू, जिन्ना चक्कर वाई की वैल्यू 1 नहीं हो जाती, ठीक है कि हुण एक्स दियाँ एक्स क्योंकि ठीक है रियल नंबर आ गया, ये भी ठीक हो गई, पर एक्स की वैल्यू ये भी ख्याल करनी है भी इस डोमेन नूं तां ही बिलोंग करेगी जे रियल नंबर के नाल नाल ये भी प्रूव होवे भी एक्स की वैल्यू 2 नहीं हैगी, क्योंकि एक्स बिलोंग्स टू ए तां ही बनेगा ना, रियल नंबर तो असीं प्रूव करता, नाल ये भी असीं दिखावांगे भी एक्स की वैल्यू 2 नहीं है हो सकती पॉसीबल, वो असीं इत्थे दिखा रहे हैं। देखो ऑलसो एक्स इज़ नॉट इक्वल टू 2, एक्स 2 के बराबर भी नहीं हैगा। क्यों नहीं हैगा? जे असीं एक्स की वैल्यू 2 लईए तां की होएगा, एक्स की थां ते इत्थे 2 पुट करो, 2 इक्वल्स टू 1 माइनस 2y अपॉन 1 माइनस वाई हो जाएगा ना, 1 माइनस 2y अपॉन 1 माइनस वाई इक्वल्स टू 2। इनू इधर क्रॉस मल्टीप्लाई करिए जे तो 1 माइनस 2y का बराबर हो जाएगा 2 माइनस 2y दे, 1 माइनस 2y इक्वल्स टू 2 माइनस 2y। इस इक्वेशन च देखिए जे हुण तुसीं देखो तो आह वाली इक्वेशन दे विच 2y उधर जाके कैंसल हो जाएगा, तो की रह जाऊगा 1 इक्वल्स टू 2, ये पॉसीबल ही नहीं है, विच इज़ नॉट पॉसीबल। यदा मतलब जी असीं एक्स की वैल्यू लै रहे हैं एक्स इक्वल्स टू 2, ये पॉसीबल नहीं है, ठीक है कि यदा मतलब की होया हुण फॉर ऑल वाई बिलोंग्स टू जो साडा ए सीगा, देयर एग्जिस्ट एक्स बिलोंग्स टू बी सी जो सच दैट एफ एक्स इक्वल टू वाई प्रूव करना है, एफ एक्स इक्वल टू वाई होना चाहिए, तो एक्स की थां ते एक्स की वैल्यू पुट करो पहले। दूसरी गल फिर एफ एक्स की जो वैल्यू सी वो एक्स की थां ते आ पुट करिए, तो एक्स की वैल्यू एफ एक्स की वैल्यू की सी एक्स माइनस 1 अपॉन एक्स माइनस 2, एक्स माइनस 1 अपॉन एक्स की थां ते उसकी वैल्यू पुट करती 1 माइनस 2y अपॉन 1 माइनस वाई, 1 माइनस 2y अपॉन 1 माइनस वाई। उत्ते एलसीएम ले लाँगे, एलसीएम लवांगे तो 1 दे नाल मल्टीप्लाई हो जाएगा तो बटे 4 रह जाएगा। मैं इतने माड़ा जा कर दूँगा खोल के 1 माइनस 2y असीं एलसीएम ले लिया 1 माइनस वाई, तो इत्थे हैगा -1, ये मल्टीप्लाई हो जाएगा 1 माइनस वाई, हेठां बटे च की आऊगा 1 माइनस 2y हैगी है, तो -2 मल्टीप्लाइड बाय 1 माइनस वाई आ जाऊगा अपॉन 1 माइनस वाई। आ जरा 1 बाय वाई 1 माइनस वाई कट्टिया जाऊगा, आ चीज़ रह जाऊगी दिस अपॉन दिस, वही इत्थे लिखा हुआ है, ठीक है कि ये ब्रैकेट्स ओपन करांगे तो 1 माइनस 2y माइनस 1 प्लस वाई हो जाएगा, यानी 1 1 खत्म हो जाएंगे, ये रह जाएंगे -2y तो प्लस वाई।
ਹੇਠਾਂ 1 - 2y ਮਾਈਨਸ ਇਹਨੂੰ ਮਲਟੀਪਲਾਈ ਕਰਾਂਗੇ ਤਾਂ -2 - 2y, ਠੀਕ ਹੈ ਨਾ। 2y ਤੇ ਪਲੱਸ 2y ਖਤਮ ਹੋ ਜਾਊਗਾ, -2y ਪਲੱਸ ਖਤਮ ਹੋ ਜਾਊਗਾ, ਕੀ ਰਹਿ ਜਾਊਗਾ 1 - 2 -1, ਠੀਕ ਹੈ ਨਾ। ਆ ਮਾਈਨਸ ਮਾਈਨਸ ਕੱਟ ਕੇ ਕੱਲਾ y ਇਹਦਾ ਮਤਲਬ y ਇਜ਼ ਔਨ ਟੂ, ਜੇ ਔਨ ਟੂ ਹੈ ਤਾਂ ਸੌਰੀ f ਇਜ਼ ਔਨ ਟੂ, ਇਹਦਾ ਮਤਲਬ f ਕੀ ਹੈ y ਡਾਇਰੈਕਸ਼ਨ। ਇਹ ਅਸੀਂ ਪ੍ਰੂਵ ਕਰਨਾ। ਸੈਕੰਡ ਲਾਸਟ example, consider a function f 0 to pi/2 to r given that fx equals to sin x, ਤੇ ਇੱਕ ਹੋਰ ਫੰਕਸ਼ਨ ਹੈ g, ਇਹ ਵੀ 0 to pi/2 to r ਹੈ, given gx equals to cos x, show that f ਤੇ g ਦੋਨੇ on to 1 1 ਹੈ, f and g are 1 1 but f plus g is not 1 1, f ਤੇ g ਤਾਂ 1 1 ਹੈਗੇ ਆ ਪਰ f ਪਲੱਸ g ਕੱਢੀਏ ਤਾਂ ਉਹ 1 1 ਨਹੀਂ ਹੈਗਾ। f ਸਾਨੂੰ ਦਿੱਤਾ ਹੋਇਆ ਸੀਗਾ, ਪਹਿਲਾਂ f ਲਿਖ ਲਿਆ, g ਲਿਖ ਲਿਆ। ਜੇ ਅਸੀਂ f ਪਲੱਸ g ਫਾਈਂਡ ਕਰਨਾ ਹੈ ਤਾਂ ਉਹ ਕੀ ਹੋਏਗਾ, f ਪਲੱਸ gx ਇਕੁਅਲ ਟੂ, ਇਹਨੂੰ ਅਸੀਂ fx ਪਲੱਸ gx ਲਿਖ ਸਕਦੇ ਹਾਂ। fx ਕਿਹਦੇ ਇਕੁਅਲ ਹੈ sin x, ਤੇ ਆ ਕਿਹਦੇ ਇਕੁਅਲ ਸੀਗਾ cos x, ਤਾਂ f ਪਲੱਸ gx ਕਾਹਦੇ ਇਕੁਅਲ ਆ ਜਾਊਗਾ, sin x ਪਲੱਸ cos x ਦੇ ਇਕੁਅਲ ਆ ਜਾਊਗਾ, ਠੀਕ ਹੈ। ਹੁਣ ਅਸੀਂ ਪਹਿਲਾਂ ਤਾਂ ਪ੍ਰੂਵ ਕਰੀਏ ਵੀ ਆਹ ਦੋਨੇ ਤਾਂ 1 1 ਹੈਗੇ ਆ, f ਤੇ g ਤਾਂ 1 1 ਹੈਗੇ ਆ। ਅਸੀਂ ਇੱਕ ਫੰਕਸ਼ਨ ਲੈ ਲਿਆ, ਇਹਦੀ ਇੰਜੈਕਟਿਵਿਟੀ ਚੈੱਕ ਕਰਦੇ ਆ f ਤੇ g ਦੀ। ਅਸੀਂ ਕੀ ਕਰਿਆ, ਲੈਟ x1 y1 ਬਿਲੋਂਗਸ ਟੂ ਡੋਮੇਨ, ਡੋਮੇਨ ਕਿਹੜਾ ਸੀਗਾ 0 to pi ਸੱਚ ਦੈਟ x1 ਇਜ਼ ਨਾਟ ਇਕੁਅਲ ਟੂ x2। ਹੁਣ ਅਸੀਂ ਦੂਸਰੇ ਤਰੀਕੇ ਨਾਲ, ਜਿਹੜੇ ਸਾਡਾ ਦੂਸਰਾ ਮੈਥਡ ਸੀ ਉੱਥੇ ਯਾਦ ਕਰੋ, ਉਸ ਮੈਥਡ ਨੂੰ ਅਪਲਾਈ ਕਰਦੇ ਹਾਂ। ਤੇ ਜੇ x1 x2 ਦੇ ਬਰਾਬਰ ਨਹੀਂ ਹੈਗਾ ਤਾਂ sin x1 ਵੀ sin x2 ਦੇ ਬਰਾਬਰ ਨਹੀਂ ਹੋਏਗਾ। ਇਸ ਇੰਟਰਵਲ ਦੇ ਵਿੱਚ ਤੁਹਾਨੂੰ ਪਤਾ ਹੈ 0 ਤੇ 90 ਦੇ ਵਿਚਾਲੇ sin ਦੀ ਵੈਲਿਊ ਰਿਪੀਟ ਨਹੀਂ ਹੁੰਦੀ। ਰਿਪੀਟ ਕਦੋਂ ਹੋਏਗੀ, ਜਦੋਂ ਉਹ 180 ਤੋਂ ਵੀ ਟੱਪ ਜਾਊਗਾ, ਉੱਥੇ ਜਾ ਕੇ ਸੌਰੀ ਸੈਕੰਡ ਕੁਆਡਰੈਂਟ 'ਚ ਚੇਂਜ ਹੋ ਜਾਂਦੀ, ਸਾਡੀ ਰਿਪੀਟ ਹੋ ਜਾਂਦੀਆਂ ਵੈਲਿਊ। ਦੋਹਾਂ 'ਚ ਪੋਜ਼ਿਟਿਵ ਹੁੰਦਾ ਨਾ, ਯਾਦ ਕਰੋ ਪਿਛਲੇ ਸਾਲ ਕਰਿਆ ਸੀ ਅਸੀਂ, ਸਾਈਨ ਹੈ ਜਿਹੜਾ ਉਹ ਪਹਿਲੇ ਤੇ ਸੈਕੰਡ ਕੁਆਡਰੈਂਟ 'ਚ ਪੋਜ਼ਿਟਿਵ ਹੁੰਦਾ। ਇੱਥੇ ਤਾਂ ਸਾਰੀਆਂ ਵੈਲਿਊਜ਼ ਅੱਡ ਅੱਡ ਹੁੰਦੀਆਂ, ਜਦੋਂ ਇਦੋਂ ਗਾਂਹ ਚੱਲਦਾ ਉਦੋਂ ਵੈਲਿਊਜ਼ ਇਹਦੇ ਵਾਲੀਆਂ ਰਿਪੀਟ ਹੋ ਜਾਂਦੀਆਂ। ਵੀ ਜਿਵੇਂ sin 30 ਦੀ ਜਿਹੜੀ ਵੈਲਿਊ ਹੈ ਉਹ ਇੱਧਰਲੇ ਪਾਸੇ ਜਿਹੜਾ 180 - 30 ਬਣੂਗਾ, ਯਾਨੀ 150 ਦੀ ਤੇ 30 ਦੀ ਵੈਲਿਊ ਜਿਹੜੀ sin ਦੀ ਚੇਂਜ ਸੇਮ ਹੋਏਗੀ, ਪਰ ਇੱਥੋਂ ਤੱਕ ਨਹੀਂ ਵੈਲਿਊਜ਼ ਬਦਲਦੀ, ਮਤਲਬ ਸੇਮ ਰਹਿੰਦੀਆਂ ਕਿਸੇ ਦੀ ਵੀ, ਨਾ sin ਦੀਆਂ ਤੇ ਨਾ cos ਦੀਆਂ। sin x ਤੇ cos x ਸਭ ਦੀਆਂ ਵੈਲਿਊਜ਼ ਅੱਡ ਅੱਡ ਰਹਿਣਗੀਆਂ 0 ਤੋਂ ਲੈ ਕੇ 90 ਤੱਕ। ਤਾਂ sin x1 ਤੇ sin x2 ਦੋਨੇ ਹੀ ਬਰਾਬਰ ਨਹੀਂ ਹੋਣਗੇ, ਕਿਉਂਕਿ x1 x2 ਬਰਾਬਰ ਨਹੀਂ ਹੈਗੇ। ਇਸੇ ਤਰ੍ਹਾਂ cos x1 cos x2 ਵੀ ਬਰਾਬਰ ਨਹੀਂ ਹੋਣਗੇ ਇਸ ਇੰਟਰਵਲ ਦੇ ਵਿੱਚ। ਇਹਦਾ ਮਤਲਬ fx1 ਇਜ਼ ਨਾਟ ਇਕੁਅਲ ਟੂ fx2 ਐਂਡ gx1 ਇਜ਼ ਨਾਟ ਇਕੁਅਲ ਟੂ gx2। ਇਹਦਾ ਮਤਲਬ f ਐਂਡ g ਆਰ 1 1, ਦੋਨੇ 1 1 ਹੈਗੇ, ਠੀਕ ਹੈ। ਤੇ ਹੁਣ ਅਸੀਂ ਚੈੱਕ ਕਰੀਏ f ਪਲੱਸ g x ਦੀ ਵੈਲਿਊ, f ਪਲੱਸ g x, f ਪਲੱਸ ਜੀ ਐਕਸ, ਇੱਥੇ ਜੀ ਬੈਠ। ਪਹਿਲਾਂ ਤਾਂ ਅਸੀਂ f ਪਲੱਸ ਜੀ 0 ਦੀ ਵੈਲਿਊ ਫਾਈਂਡ ਕਰੀਏ ਤਾਂ ਕੀ ਹੋ ਜਾਊਗਾ, sin 0 ਪਲੱਸ cos 0 ਦੀ ਵੈਲਿਊ ਕੀ ਹੋ ਜਾਊਗੀ, sin 0 ਦੀ ਵੈਲਿਊ 0 ਹੁੰਦੀ ਹੈ, cos 0 ਦੀ ਵੈਲਿਊ 1 ਹੁੰਦੀ ਹੈ। ਇਹਦਾ ਮਤਲਬ ਕੀ ਹੋਇਆ 1। ਤੇ ਜੇ ਅਸੀਂ sin f ਪਲੱਸ g π/2 ਦੀ ਯਾਨੀ 90 ਦੀ ਵੈਲਿਊ ਫਾਈਂਡ ਕਰੀਏ ਤਾਂ ਹੋ ਜਾਊਗਾ sin π/2 ਪਲੱਸ cos π/2, ਇਹਦੀ ਵੈਲਿਊ 1 ਤੇ 0, ਇਹਦੀ ਵੈਲਿਊ ਵੀ 1, ਯਾਨੀ ਆਨਸਰ 1 ਆ ਗਿਆ। ਜੇ ਅਸੀਂ 0 ਤੇ ਵੈਲਿਊ ਫਾਈਂਡ ਕਰੀ ਤਾਂ ਵੀ ਆਨਸਰ 1, ਜੇ π/2 ਤੇ ਵੈਲਿਊ ਫਾਈਂਡ ਕਰੀ ਤਾਂ ਵੀ 1। ਇਹਦਾ ਮਤਲਬ ਕੀ ਹੋ ਗਿਆ, 0 ਤੇ π/2 ਤਾਂ ਆਪਸ 'ਚ ਬਰਾਬਰ ਨਹੀਂ ਹੈਗੇ, ਪਰ ਇਹ ਦੋਨੇ ਆਪਸ 'ਚ ਬਰਾਬਰ ਹੈ, ਇਹਨਾਂ ਦੀਆਂ ਇਮੇਜਸ ਬਰਾਬਰ ਨੇ ਦੋਨੇ। 0 ਨੂੰ ਤੇ π/2 ਨੂੰ ਜਦੋਂ ਅਸੀਂ ਰਿਲੇਟ ਕਰਾਂਗੇ ਤਾਂ ਉਹ ਦੋਨੇ ਕੀ ਜਾ ਕੇ ਕਰਨਗੀਆਂ, ਦੋਨੇ ਹੀ 1 ਤੇ ਜਾ ਕੇ ਉਹਨਾਂ ਦੀ ਇਮੇਜ ਬਣਾਉਣਗੀਆਂ, ਠੀਕ ਹੈ ਕਿ। ਇਹਦਾ ਮਤਲਬ ਕੀ ਹੋਇਆ, f ਪਲੱਸ g ਇਜ਼ ਨਾਟ 1 1, ਠੀਕ ਹੈ ਕਿ। ਸੋ ਇਹ ਆਪਦੇ ਟਾਈਪ ਦਾ ਇੱਕੋ ਹੀ ਕੁਐਸਚਨ ਸੀਗਾ। ਲਾਸਟ ਸਾਡਾ ਐਗਜ਼ਾਮਪਲ ਰਹਿ ਗਿਆ, let f x to y be a function, define a relation r on x given by f r equals to ab। ab ਇੱਕ ਦੂਜੇ ਨਾਲ ਰਿਲੇਟ ਕਦੋਂ ਹੋਣਗੇ, ਜੇ f a ਤੇ f b ਬਰਾਬਰ ਹੋਣ। show that r is an equivalence relation on x। ਰਿਲੇਸ਼ਨ ਵਾਲਾ ਜਿਹੜਾ ਅਸੀਂ ਪਹਿਲਾਂ ਕਰਕੇ ਆਏ ਹਾਂ, ਇਕੁਅਲੈਂਸ ਰਿਲੇਸ਼ਨ ਪ੍ਰੂਵ ਕਰਨ ਦਾ, ਆ ਸਾਨੂੰ ਇੱਕ ਰਿਲੇਸ਼ਨ ਦਿੱਤਾ ਹੋਇਆ, ਨਾਲ ਅਸੀਂ ਫੰਕਸ਼ਨ ਦਾ ਯੂਜ਼ ਕੀਤਾ ਹੋਇਆ। ਅੰਦਰ ਜਿਹੜੀ ਡੈਫੀਨੇਸ਼ਨ ਉਹ ਫੰਕਸ਼ਨ ਦੀ ਹੈ। ਆਰ ਦੇ ਵਿੱਚ ਦੋ ਆਰਡਰ a b ਨਾਲ ਰਿਲੇਟ ਹੋ ਰਿਹਾ ਹੈ,
ਕਦੋਂ ਹੋਏਗਾ ਜੇ ਐਫ ਏ ਤੇ ਐਫ ਬੀ ਦੀ ਵੈਲਿਊ ਬਰਾਬਰ ਹੋਵੇ ਤਾਂ ਫॉर ਸ਼ੋ ਦੈਟ ਆਰ ਇਜ਼ ਐਨ ਇਕੁਅਲ ਇਕੁਏਸ਼ਨ। ਤਾਂ ਅਸੀਂ ਪਹਿਲਾਂ ਦੀ ਰਿਫਲੈਕਸਿਵਿਟੀ ਚੈੱਕ ਕਰਾਂਗੇ। ਰਿਫਲੈਕਸਿਵਿਟੀ ਵਾਸਤੇ ਕੀ ਸੀਗਾ, ਅਸੀਂ ਚੈੱਕ ਕਰਨਾ ਸੀ ਕਿ ਅਸੀਂ ਦੋਹਾਂ ਥਾਵਾਂ ਤੇ ਏ ਲਿਖ ਸਕਦੇ ਹਾਂ, ਐਫ ਏ ਦੀ ਤੇ ਐਫ ਏ ਦੀ ਵੈਲਿਊ ਬਰਾਬਰ ਹੋ, ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿੰਨੇ ਵੀ ਇਹਦੇ ਵਿੱਚ ਹੁੰਦੇ ਨੇ ਆਪਣੇ ਐਲੀਮੈਂਟਸ ਹੁੰਦੇ ਨੇ ਫੰਕਸ਼ਨ ਦੇ ਵਿੱਚ, ਉਹ ਯੂਨੀਕ ਇਮੇਜ ਬਣਾਉਂਦੇ। ਤਾਂ ਐਫ ਏ ਤੇ ਐਫ ਏ ਬਰਾਬਰ ਹੀ ਹੋਏਗਾ, ਤਾਂ ਮਤਲਬ ਏ ਬਿਲੋਂਗਸ ਟੂ ਆਰ ਹੋ ਗਿਆ। ਇਹਦਾ ਮਤਲਬ ਆਰ ਕੀ ਹੋ ਗਿਆ, ਰਿਫਲੈਕਸਿਵ ਹੋ ਗਿਆ। ਇਸੇ ਤਰ੍ਹਾਂ ਅਸੀਂ ਸਿਮੈਟਰੀ ਚੈੱਕ ਕਰਨ ਵਾਸਤੇ ਕੀ ਕਰਦੇ ਹੁੰਦੇ ਹਾਂ, ਏ ਬੀ ਬਿਲੋਂਗਸ ਟੂ ਆਰ ਲੈ ਲਿਆ। ਏ ਬੀ ਬਿਲੋਂਗਸ ਟੂ ਆਰ ਦਾ ਮਤਲਬ ਕੀ ਹੈ, ਐਫ ਏ ਤੇ ਐਫ ਬੀ ਬਰਾਬਰ ਨੇ, ਤੇ ਜੇ ਐਫ ਏ ਐਫ ਬੀ ਬਰਾਬਰ ਹੈ ਤਾਂ ਐਫ ਬੀ ਐਫ ਏ ਵੀ ਬਰਾਬਰ ਹੋਏਗਾ। ਇਹਦਾ ਮਤਲਬ ਬੀ ਏ ਬਿਲੋਂਗਸ ਟੂ ਆਰ ਹੋ ਗਿਆ। ਤਾਂ ਆਰ ਕੀ ਹੋ ਗਿਆ, ਸਿਮੈਟ੍ਰਿਕ ਵੀ ਹੋ ਗਿਆ। ਹੁਣ ਅਸੀਂ ਤਿੰਨ ਲੈ ਲਏ, ਦੋ ਐਲੀਮੈਂਟ ਲੈ ਲਏ, ਐਫ ਏ ਬੀ ਐਂਡ ਬੀ ਸੀ ਬਿਲੋਂਗਸ ਟੂ ਆਰ। ਇਹਦਾ ਮਤਲਬ ਐਫ ਏ ਤੇ ਐਫ ਬੀ ਬਰਾਬਰ ਹੋਣਗੇ, ਐਫ ਬੀ ਤੇ ਐਫ ਸੀ ਬਰਾਬਰ ਹੋਣਗੇ। ਹੁਣ ਐਫ ਏ ਐਫ ਬੀ ਦੇ ਬਰਾਬਰ ਹੈ ਤੇ ਐਫ ਬੀ ਗਾਂ ਸੀ ਦੇ ਬਰਾਬਰ ਹੈ, ਤਾਂ ਮਤਲਬ ਐਫ ਏ ਤੇ ਐਫ ਸੀ ਬਰਾਬਰ ਹੋ ਗਏ। ਇਹਦਾ ਮਤਲਬ ਏ ਸੀ ਬਿਲੋਂਗਸ ਟੂ ਆਰ ਹੋ ਗਿਆ। ਇਹਦਾ ਮਤਲਬ ਆਰ ਇਜ਼ ਟ੍ਰਾਂਜ਼ਿਟਿਵ। ਹੁਣ ਕਿਉਂਕਿ ਇਹ ਰਿਫਲੈਕਸਿਵ, ਸਿਮੈਟ੍ਰਿਕ ਤੇ ਟ੍ਰਾਂਜ਼ਿਟਿਵ ਤਿੰਨੇ ਕੁਛ ਹੈ, ਇਹਦਾ ਮਤਲਬ ਆਰ ਇਜ਼ ਐਨ ਇਕੁਇਵਲੈਂਸ ਰਿਲੇਸ਼ਨ। ਸੋ ਇਹਦੇ ਨਾਲ ਹੀ ਸਾਡੇ ਜਿਹੜੇ ਫੰਕਸ਼ਨਸ ਨਾਲ ਰਿਲੇਟਡ ਜਿਹੜੇ ਸਵਾਲ ਸੀਗੇ ਸਾਰੇ ਖਤਮ ਹੋ ਗਏ। ਕੱਲ੍ਹ ਨੂੰ ਆਪਾਂ ਨੈਕਸਟ ਟਾਪਿਕ ਸ਼ੁਰੂ ਕਰਨਾ ਹੈ, ਕੰਪੋਜੀਸ਼ਨ ਆਫ ਫੰਕਸ਼ਨ।